ਸਲਾਮ ਅਲੈਕੁਮ। ਕੱਲ੍ਹ ਇੱਕ ਵਾਕਿਆ ਪੇਸ਼ ਆਇਆ ਇਸਲਾਮਾਬਾਦ ਦੇ ਵਿੱਚ ਔਰ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਾਜ਼ੀ ਫਾਇਜ਼ ਈਸਾ ਇਹ ਗਏ ਬੇਕਰੀ 'ਤੇ ਨਾਲ ਫੈਮਿਲੀ ਸੀ ਔਰ ਕੁਝ ਚੀਜ਼ਾਂ ਆਪਣੀ ਪਸੰਦ ਦੀਆਂ ਬੇਕਰੀ ਤੋਂ ਡੋਨਟਸ ਵਗੈਰਾ ਦੇਖ ਰਹੇ ਸਨ। ਅਤੇ ਇਸ ਦੌਰਾਨ ਜਿਹੜਾ ਬੇਕਰੀ ਦਾ ਇੱਕ ਬੰਦਾ ਸੀ ਉਹਨੇ ਤਸਦੀਕ ਕੀਤੀ ਇਹਨਾਂ ਦੀ ਬੇਗਮ ਕੋਲੋਂ ਕਿ ਇਹ ਫਾਇਜ਼ ਈਸਾ ਨੇ। 2-3 ਦਫਾ ਉਹਨੇ ਪੁੱਛਿਆ ਅਤੇ ਉਹਨਾਂ ਦੀ ਬੇਗਮ ਨੇ ਆਪਣੇ ਖਾਮਦ ਯਾਨੀ ਚੀਫ ਜਸਟਿਸ ਨੂੰ ਕਿਹਾ ਕਿ ਪੁੱਛ ਰਿਹਾ ਕਿ ਕਾਜ਼ੀ ਫਾਇਜ਼ ਸਰ, ਅਤੇ ਕਾਜ਼ੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜੀ। ਇਸ ਜੀ ਕਹਿਣ ਦੇ ਬਾਅਦ ਉਹ ਬੇਕਰੀ ਦੇ ਅੰਦਰ ਜਿਹੜਾ ਬੰਦਾ ਸੀ ਉਹਨੇ ਚੀਫ ਜਸਟਿਸ ਆਫ ਪਾਕਿਸਤਾਨ ਨੂੰ ਕਿਹਾ ਕਿ ਤੁਮ ਪੇ ਲਾਨਤ, ਤੁਮ ਪੇ ਲਾਨਤ, ਤੁਮ ਪੇ ਲਾਨਤ। ਕਾਜ਼ੀ ਸਾਹਿਬ ਨੂੰ ਸ਼ਾਇਦ ਪਤਾ ਨਹੀਂ ਲੱਗਾ ਕਿ ਕੀ ਕਹਿ ਰਹੇ। ਉਹਨਾਂ ਨੇ ਆਪਣੀ ਬੇਗਮ ਕੋਲੋਂ ਤਸਦੀਕ ਕੀਤੀ ਕਿ ਕੀ ਕਹਿ ਰਹੇ। ਉਹਨੇ ਕਿਹਾ ਇਹ ਕਹਿ ਰਿਹਾ ਹੈ ਤੁਮ ਪੇ ਲਾਨਤ। ਅੱਛਾ, ਇਹ ਵਾਕਿਆ ਤਾਂ ਹੋ ਗਿਆ, ਲੇਕਿਨ ਇਸ ਵਾਕਿਏ ਤੋਂ ਬਾਅਦ ਇੱਕ ਨਵੀਂ ਸਿਚੁਏਸ਼ਨ ਡਿਵੈਲਪ ਹੋਈ। ਸਿਚੁਏਸ਼ਨ ਇਹ ਡਿਵੈਲਪ ਹੋਈ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਜਿਹੜੀ ਵੀਡੀਓ ਹੈਗੀ ਉਹ ਵਾਇਰਲ ਹੋ ਗਈ ਔਰ ਜ਼ਾਹਿਰ ਹੈ ਮੁਲਕ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਮਾਹੌਲ ਹੈਗਾ ਵੇ ਜਿਹਦੇ ਵਿੱਚ ਅਦਲੀਆ ਦੇ ਜ਼ਿੰਮੇਦਾਰਾਂ ਦੀ ਵੀ ਲੋਕ ਜਾਇਜ਼ਾ ਲੈ ਰਹੇ ਨੇ, ਕਾਰਕਰਦਗੀ ਦਾ ਵੀ, ਉਹਨਾਂ ਦੇ ਕਰੈਕਟਰ ਦਾ ਵੀ। ਅਵਾਮੀ ਸਤ੍ਹਾ ਦੇ ਉੱਤੇ ਗੱਲ ਆ ਗਈ ਔਰ ਉਹਨਾਂ ਦੇ ਫੈਸਲਿਆਂ ਨੂੰ ਵੀ ਦੇਖ ਰਹੇ ਨੇ ਔਰ ਉਹਦੇ ਵਿੱਚ ਫਿਰ ਜਿਹੜੇ ਹਲਕਿਆਂ ਨੂੰ ਕਾਜ਼ੀ ਫਾਇਜ਼ ਈਸਾ ਸਾਹਿਬ ਦੇ ਤਰਜ਼ ਅਮਲ ਤੋਂ, ਉਹਨਾਂ ਦੇ ਫੈਸਲਿਆਂ ਤੋਂ ਇਖਤਲਾਫ ਹੈਗਾ ਵੇ, ਉਹਨਾਂ ਨੇ ਇਹ ਵੀਡੀਓ ਵਾਇਰਲ ਕੀਤੀ ਔਰ ਹੋਈ ਔਰ ਆਮ ਲੋਕਾਂ ਨੇ ਵੀ ਵੇਖਿਆ। ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਵਾਕਿਆਤ ਪਹਿਲੇ ਵੀ ਹੋਏ। ਮਸਲਨ ਕਈ ਸਿਆਸੀ ਲੀਡਰ ਨੇ ਉਹਨਾਂ ਦੇ ਉੱਤੇ ਸਿਆਹੀ ਸੱਟੀ ਗਈ। ਕਈ ਐਸੇ ਨੇ ਇਦਾਰਿਆਂ ਦੇ ਸਰਬਰਾਹ, ਉਹਨਾਂ ਨੂੰ ਲੋਕਾਂ ਨੇ ਮਹਿਰੂਨੇ ਮੁਲਕ ਔਰ ਅੰਦਰੂਨੇ ਮੁਲਕ ਜਿਹੜਾ ਹੈ ਉਹ ਗਾਲੀ ਗਲੋਚ ਕੀਤਾ, ਉਹਨਾਂ ਦੇ ਨਾਲ ਬੁਰਾ ਭਲਾ ਕਿਹਾ। ਇਹ ਉਦੋਂ ਹੁੰਦਾ ਵੇ ਜਦੋਂ ਆਮ ਤੌਰ 'ਤੇ ਲੋਕਾਂ ਦੇ ਵਿੱਚ ਕਿਸੇ ਸ਼ਖਸੀਅਤ ਦਾ ਜਿਹੜੇ ਇੱਕ ਪਹਿਚਾਣ ਹੁੰਦੀ ਜਾਂ ਤਾਸੁਰ ਹੁੰਦਾ ਉਹ ਮਨਫੀ ਹੋ ਜਾਵੇ ਔਰ ਲੋਕ ਇਹ ਸਮਝਣ ਲੱਗ ਪੈਣ ਕਿ ਇਸ ਸ਼ਖਸੀਅਤ ਦੀ ਵਜ੍ਹਾ ਨਾਲ ਆਮ ਲੋਕਾਂ ਦੇ ਜਿਹੜੇ ਹਕੂਕ ਨੇ ਔਰ ਉਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਮੁਤਾਸਰ ਹੋ ਰਹੀ। ਉਹ ਆਮ ਬੰਦੇ ਦਾ ਜਿਹੜਾ ਇਖਤਿਆਰ ਹੈਗਾ ਵੇ ਔਰ ਜਿਹੜਾ ਉਹਦੀ ਹੈਸੀਅਤ ਹੈਗੀ ਰਿਆਸਤ ਦੇ ਵਿੱਚ ਉਹ ਮੁਤਾਸਰ ਹੋ ਰਹੀ। ਜਦੋਂ ਇਹ ਵਾਲਾ ਤਾਸਰ ਬਣਦਾ ਹੈ ਤਾਂ ਯਕੀਨੀ ਤੌਰ 'ਤੇ ਉਹ ਸ਼ਖਸੀਅਤ ਜਿਹੜੇ ਇਦਾਰਿਆਂ ਤੋਂ ਮੁਤਲਕਾ ਹੁੰਦੀ, ਉਹਨਾਂ ਇਦਾਰਿਆਂ ਦਾ ਕੰਮ ਬਣਦਾ ਹੈ ਕਿ ਉਸ ਸ਼ਖਸੀਅਤ ਦਾ ਤਾਸਰ ਮਸਬਤ ਕਰਨ ਵਾਸਤੇ ਉਹ ਕੋਈ ਕੋਸ਼ਿਸ਼ ਕਰਦੇ ਨੇ। ਅਤੇ ਉਹੀ ਉਹਨਾਂ ਦੇ ਜਿਹੜੇ PR ਡਿਪਾਰਟਮੈਂਟ ਹੁੰਦਾ ਹੈ ਉਹ ਇਸ ਹਵਾਲੇ ਨਾਲ ਵਜ਼ਾਹਤਾਂ ਵਕਤਨ ਫੋਕਤਨ ਕਰਦਾ ਹੈ, ਉਸ ਸ਼ਖਸੀਅਤ ਦਾ ਇੰਟਰੈਕਸ਼ਨ ਮੀਡੀਆ ਦੇ ਨਾਲ ਕਰਾਉਂਦਾ ਹੈ। ਉਹਦੇ ਵਿੱਚ ਜਿਹੜੇ ਸਵਾਲ ਹੁੰਦੇ ਨੇ ਉਹ ਐਸੇ ਰੱਖੇ ਜਾਂਦੇ ਨੇ ਕਿ ਲੋਕਾਂ ਦੇ ਜਜ਼ਬਾਤ ਦੀ ਤਰਜਮਾਨੀ ਕਰਦੇ ਨੇ ਔਰ ਜੋ ਲੋਕ ਸੋਚਦੇ ਨੇ ਉਹ ਸਵਾਲ ਕੀਤੇ ਜਾਂਦੇ ਨੇ, ਤਾਂ ਉਸ ਤੋਂ ਬਾਅਦ ਉਹ ਸ਼ਖਸੀਅਤ ਉਹਨਾਂ ਸਵਾਲਾਂ ਦਾ ਜਵਾਬ ਦਿੰਦੀ। ਇਹਦੇ ਨਾਲ ਉਹ ਜਿਹੜਾ ਤਾਸਰ ਹੈ ਉਹਨੂੰ ਕਿਸੇ ਤਰੀਕੇ ਨਾਲ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਪਾਕਿਸਤਾਨ ਦੇ ਵਿੱਚ ਬਦਕਿਸਮਤੀ ਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਇੱਥੇ ਇਹ ਸਮਝਿਆ ਜਾਂਦਾ ਹੈ ਕਿ ਮੀਡੀਆ ਜਿਹੜਾ ਹੈ ਇਹਦਾ ਸਿਰਫ ਇੱਕੋ ਹੀ ਰੋਲ ਹੈ ਔਰ ਉਹ ਰੋਲ ਹੈਗਾ ਵੇ ਕਿਸੇ ਨੂੰ ਬਦਨਾਮ ਕਰਨਾ ਜਾਂ ਕਿਸੇ ਦੇ ਖਿਲਾਫ ਕੰਪੇਨ ਕਰਨੀ। ਪਾਕਿਸਤਾਨ ਦੀਆਂ ਸਿਆਸੀ ਜਮਾਤਾਂ ਔਰ ਹੁਕਮਰਾਨ ਜਿਹੜੇ ਨੇ ਅਸੀਂ ਕਈ ਦਹਾਈਆਂ ਤੋਂ ਹੀ ਵੇਖ ਰਹੇ ਹਾਂ ਪੈਟਰਨ ਕਿ ਉਹ ਜਦੋਂ ਉਹਨਾਂ ਨੇ ਕਿਸੇ ਦੇ ਖਿਲਾਫ ਕੰਪੇਨ ਕਰਨੀ ਹੁੰਦੀ ਆਪਣੇ ਮੁਖਾਲਫ 'ਤੇ ਮੀਡੀਆ ਨੂੰ ਇਸਤੇਮਾਲ ਕਰਦੇ ਨੇ। ਪੂਰਾ ਮੀਡੀਆ ਤਾਂ ਇਸਤੇਮਾਲ ਨਹੀਂ ਹੁੰਦਾ, ਮੀਡੀਆ ਦਾ ਕੁਝ ਹਿੱਸਾ ਇਸਤੇਮਾਲ ਹੁੰਦਾ ਵੇ ਔਰ ਉਹ ਜਿਵੇਂ ਪੋਲੀਟੀਕਲ ਅਲਾਇੰਸ ਬਣਦੇ ਨੇ ਇੰਝ ਹੀ ਮੀਡੀਆ ਦੇ ਨਾਲ ਵੀ ਅਲਾਇੰਸ ਇੱਕ ਬਣਾਇਆ ਜਾਂਦਾ ਵੇ। ਇਹ ਅਸੀਂ ਪਿਛਲੇ ਕਾਫੀ ਅਰਸੇ ਤੋਂ ਵੇਖ ਰਹੇ ਔਰ ਫਿਰ ਜਦੋਂ ਉਹ ਵਾਲਾ ਧੜਾ ਜਿਹੜਾ ਅਪੋਜੀਸ਼ਨ 'ਚ ਰਹਿ ਕੇ ਹਕੂਮਤ ਦੇ ਖਿਲਾਫ ਕੰਪੇਨ ਕਰਦਾ ਉਹ ਇਕਤਦਾਰ 'ਚ ਆਉਂਦਾ ਵੇ ਅਤੇ ਫਿਰ ਉਹ ਜਿਹੜੇ ਉਹਨਾਂ ਦੇ ਇਤਿਹਾਦੀ ਮੀਡੀਆ ਦੇ ਹਿੱਸੇ ਹੁੰਦੇ ਨੇ ਉਹ ਉਹਦੇ ਕੋਲੋਂ ਫਾਇਦਾ ਚੁੱਕਦੇ ਨੇ। ਇਹ ਹਮੇਸ਼ਾ ਤੋਂ ਹੁੰਦਾ ਹੈ, ਹੁਣ ਵੀ ਅਸੀਂ ਵੇਖ ਰਹੇ ਹਾਂ ਕਿ ਲੋਕ ਕੁਝ ਤਾਇਨਾਤੀਆਂ ਹੋਈਆਂ ਨੇ ਹੁਣ PTV ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ, ਅਤੇ ਉਹ ਤਾਇਨਾਤੀਆਂ ਕਿਹਨਾਂ ਦੀਆਂ ਹੋਈਆਂ ਨੇ ਇਹ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਜਦ ਤੱਕ ਰਹਿ ਗਿਆ ਕਿ ਕਾਜ਼ੀ ਫਾਇਜ਼ ਈਸਾ ਸਾਹਿਬ ਦਾ ਮਾਮਲਾ, ਕਾਜ਼ੀ ਸਾਹਿਬ ਜਿਹੜੇ ਨੇ ਉਹ ਚੀਫ ਜਸਟਿਸ ਆਫ ਪਾਕਿਸਤਾਨ ਦੀ ਹੈਸੀਅਤ ਦੇ ਨਾਲ ਉਹ ਕਾਬਿਲ ਇਹਤਰਾਮ ਨੇ ਅਤੇ ਇਸ ਮਨਸਬ ਦੇ ਉੱਤੇ ਜਿਹੜਾ ਵੀ ਆਏਗਾ ਉਹ ਲੋਕਾਂ ਵਾਸਤੇ ਕਾਬਿਲ ਇਹਤਰਾਮ ਹੋਣਾ ਚਾਹੀਦਾ। ਲੇਕਿਨ ਲੋਕਾਂ ਦੀ ਇੱਕ ਤੁੱਕ ਹੁੰਦੀ ਕਿ ਚੀਫ ਜਸਟਿਸ ਜਿਹੜਾ ਵੀ ਆਵੇ ਉਹਦੀ ਮੌਜੂਦਗੀ ਦੇ ਵਿੱਚ ਆਇਨ ਦੇ ਉੱਤੇ ਅਮਲ ਦਰਾਮਦ ਹੋਵੇ, ਲੋਕਾਂ ਦੇ ਹਕੂਕ ਸਲਬ ਨਾ ਹੋਣ।
ਤੇ ਆਇਨ ਦੇ ਉੱਤੇ ਅਮਲ ਦਰਾਮਦ ਦੇ ਹਵਾਲੇ ਨਾਲ ਅਗਰ ਅਸੀਂ ਵੇਖਿਆ ਜਾਵੇ ਤੇ ਕਾਜ਼ੀ ਸਾਹਿਬ ਦਾ ਇਸਰਾਰ ਤਾਂ ਹੁੰਦਾ ਹੈ ਕਿ ਮੈਂ ਆਇਨ ਦੇ ਮੁਤਾਬਕ ਗੱਲ ਕਰਾਂਗਾ ਸਾਰਾ ਕੁਝ, ਲੇਕਿਨ ਲੋਕਾਂ ਦੀ ਤੋਕਵਾਤ ਪਤਾ ਨਹੀਂ ਕਿਉਂ ਪੂਰੀਆਂ ਨਹੀਂ ਹੋਈਆਂ। ਇਹ ਮੈਂ ਪਤਾ ਨਹੀਂ ਕਿਉਂ ਜਾਣ ਬੁੱਝ ਕੇ ਇਸਤੇਮਾਲ ਕੀਤਾ ਲਫ਼ਜ਼, ਤੇ ਕਿ ਤਾਂ ਕਿ ਦੋਵੇਂ ਜਿਹੜੇ ਫਰੀਕ ਨੇ, ਕਾਜ਼ੀ ਸਾਹਿਬ ਦੇ ਹਾਮੀ ਔਰ ਉਹਨਾਂ ਦੇ ਮੁਖਾਲਫ, ਦੋਵਾਂ ਨੂੰ ਇਹਦੇ ਉੱਤੇ ਸੋਚਣ ਦਾ ਮੌਕਾ ਮਿਲੇ ਕਿ ਆਖਰ ਨੌਬਤ ਇਸ ਤਰ੍ਹਾਂ ਦੀ ਕਿਉਂ ਪਹੁੰਚੀ। ਔਰ ਇਹ ਵੀ ਗੱਲ ਹੈ ਕਿ ਦੂਸਰੇ ਪਾਸੇ ਰੱਦ ਅਮਲ ਦੇਣ ਦਾ ਸਾਡਾ ਜਿਹੜਾ ਤਰੀਕਾ ਹੈ ਉਹ ਵੀ ਨਾਪਸੰਦੀਦਾ ਸ਼ਕਲ ਇਖਤਿਆਰ ਕਰਦਾ ਜਾ ਰਿਹਾ। ਅਸੀਂ ਸ਼ਾਇਦ ਤਰਬੀਅਤ ਦੇ ਵਿੱਚ ਫਾਲਟ ਰਹਿ ਗਿਆ, ਸਾਡੀ ਪੋਲੀਟੀਕਲ ਟ੍ਰੇਨਿੰਗ ਨਹੀਂ ਹੋਈ, ਜਾਂ ਪੋਲੀਟੀਕਲ ਐਕਟੀਵਿਟੀਜ਼ ਦੀ ਸਾਨੂੰ ਇਸ ਤਰ੍ਹਾਂ ਇਜਾਜ਼ਤ ਨਹੀਂ ਮਿਲਦੀ ਰਹੀ ਮਾਜ਼ੀ ਦੇ ਵਿੱਚ, ਤੇ ਕਿ ਜਿਹੜੇ ਪੋਲੀਟੀਕਲ ਵਰਕਰ ਨੇ ਜਾਂ ਆਪਣੀ ਇਖਤਲਾਫ ਰਾਏ ਜ਼ਾਹਿਰ ਕਰਨ ਦਾ ਤਰੀਕਾ ਹੈ ਉਹ ਇੱਕ ਖਾਸ ਢੱਬ ਦੇ ਨਾਲ ਔਰ ਸਲੀਕੇ ਦੇ ਨਾਲ ਜ਼ਾਹਿਰ ਕਰਨਾ ਲੋਕਾਂ ਨੂੰ ਨਹੀਂ ਆਉਂਦਾ। ਹੁਣ ਇੱਕੋ ਹੀ ਰਹਿ ਗਿਆ ਕਿ ਅਗਰ ਕਿਸੇ ਨਾਲ ਇਖਤਲਾਫ ਹੈਗਾ ਜਾਂ ਕੋਈ ਤੁਹਾਨੂੰ ਪਸੰਦ ਨਹੀਂ ਹੈਗਾ ਤੇ ਫਿਰ ਉਹਦੇ ਖਿਲਾਫ ਗਾਲਮ ਗਲੋਚ ਹੁੰਦੀ, ਉਹਨੂੰ ਬੁਰਾ ਭਲਾ ਕਿਹਾ ਜਾਂਦਾ। ਮਜ਼ਹਬੀ ਸਤ੍ਹਾ ਦੇ ਉੱਤੇ ਜਾਂ ਮਜ਼ਹਬੀ ਹਲਕਿਆਂ 'ਚ ਤਾਂ ਇਹ ਬਹੁਤ ਹੀ ਅੱਗੇ ਵੱਧ ਗਈ ਗੱਲ, ਉੱਥੇ ਤਾਂ ਹੁਣ ਤੋਹੀਨ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ ਔਰ ਬੜੀ ਸ਼ਿੱਦਤ ਦੇ ਨਾਲ, ਤੇ ਉਹਦੀ ਵਜ੍ਹਾ ਨਾਲ ਲੋਕਾਂ ਨੂੰ ਇੱਕ ਖੌਫ ਪੈਦਾ ਹੋ ਗਿਆ ਕਿ ਸਮਾਜ ਸਾਡਾ ਕਿੱਧਰ ਜਾ ਰਿਹਾ। ਸੋ ਕਾਜ਼ੀ ਸਾਹਿਬ ਜਿਹੜੇ ਨੇ ਇਹਨਾਂ ਦੇ ਨਾਲ ਇਹ ਯਕੀਨੀ ਤੌਰ 'ਤੇ ਪਹਿਲਾ ਵਾਕਿਆ ਨਹੀਂ ਹੈਗਾ। ਇਹਨਾਂ ਨੂੰ ਮੁਖਤਲਿਫ ਫੋਰਮਸ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਇਹ ਰੱਦ ਅਮਲ ਲੋਕਾਂ ਦਾ ਕਨਵੇ ਹੁੰਦਾ ਰਿਹਾ ਹੋਵੇਗਾ, ਔਰ ਅੱਗੇ ਵੀ ਸਾਨੂੰ ਖਦਸ਼ਾ ਹੈ ਕਿ ਉਹਨਾਂ ਰਿਟਾਇਰ ਹੋਣਾ, ਹੁਣੇ ਹੋ ਜਾਣ ਜਾਂ ਕੋਈ ਸਾਲਾਂ ਬਾਅਦ ਹੋਣ ਭਾਵੇਂ, ਲੇਕਿਨ ਰਿਟਾਇਰਮੈਂਟ ਤੋਂ ਬਾਅਦ ਦੀ ਸੂਰਤ ਹਾਲ ਜਿਹੜੀ ਹੈ ਉਹ ਕੀ ਹੋਵੇਗੀ। ਸੋ ਇਹ ਵੀ ਗੱਲ ਕਿ ਅਸੀਂ ਜਦੋਂ ਕਿਸੇ ਜ਼ਿੰਮੇਦਾਰ ਪੋਜੀਸ਼ਨ 'ਤੇ ਰਹੀਏ, ਮੈਨੂੰ ਇੱਕ ਦਫਾ ਸਬਕ ਮਿਲਿਆ ਸੀ ਇਹ ਕਿ ਤੁਹਾਡੇ ਕੋਲ ਜਿੰਨੀ ਤਾਕਤ ਹੁੰਦੀ ਹੈ ਨਾ, ਉਹ ਉਨਾ ਹੀ ਤੁਸੀਂ ਜਵਾਬਦੇਹ ਹੁੰਦੇ ਜੇ। ਅਤੇ ਸੋ ਇਹ ਪਾਕਿਸਤਾਨ ਦੇ ਲੋਕ ਤੋਕੋ ਕਰਦੇ ਨੇ ਕਿ ਇਸ ਮੁਲਕ ਦੇ ਜਿਹੜੇ ਹੁਕਮਰਾਨ ਨੇ, ਜਿਹੜੇ ਫੈਸਲਾ ਸਾਜ਼ ਨੇ, ਜਿਹੜੇ ਇਦਾਰਿਆਂ ਦੇ ਸਰਬਰਾਹ ਨੇ, ਕਾਜ਼ੀ ਸਾਹਿਬ ਵਾਂਗੂ, ਉਹ ਜ਼ਿੰਮੇਦਾਰੀ ਦਾ ਮਜ਼ੀਦ ਮੁਜ਼ਾਹਰਾ ਕਰਨ ਔਰ ਲੋਕਾਂ ਦੇ ਅੰਦਰ ਜਿਹੜੇ ਉਹਨਾਂ ਦੇ ਹਵਾਲੇ ਨਾਲ ਕੁਝ ਕੰਸਰਨ ਹੈਗੇ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ। ਅਤੇ ਅਗਰ ਉਹਨਾਂ ਨੂੰ ਨਹੀਂ ਪਰਵਾਹ ਹੈਗੀ ਲੋਕਾਂ ਦੇ ਕੰਸਰਨ ਦੀ ਤਾਂ ਠੀਕ ਹੈ, ਕੋਈ ਗੱਲ ਨਹੀਂ, ਫਿਰ ਇਹ ਵੇ ਕਿ ਜੋ ਕੁਝ ਹੋ ਰਿਹਾ ਇਸੇ ਤਰ੍ਹਾਂ ਹੁੰਦਾ ਰਹੇਗਾ ਔਰ ਤਾਰੀਖ ਜਿਹੜੀ ਹੈ ਉਹ ਫਿਰ ਉਸੇ ਮੰਨਫੀ ਤਾਸਰ ਨੂੰ ਰਿਕਾਰਡ ਕਰ ਲਏਗੀ। ਸੋ ਇਹ ਗੱਲ ਹੈ ਕਿ ਸਾਨੂੰ ਆਪਣੇ ਮਾਮਲਾ ਜਿਹੜੇ ਨੇ ਉਹਨੂੰ ਦਰੁਸਤ ਕਰਨਾ ਚਾਹੀਦਾ, ਔਰ ਉਹ ਮਾਮਲਾ ਸਾਨੂੰ ਰਿਆਸਤ ਦੇ ਮੁਫਾਦ ਔਰ ਪਾਕਿਸਤਾਨ ਦੇ ਲੋਕਾਂ ਦੇ ਮੁਫਾਦ ਦੇ ਵਿੱਚ ਜਾ ਕੇ ਵੇਖਣੇ ਪੈਣਗੇ। ਜ਼ਾਤੀ ਸਤ੍ਹਾ ਦੇ ਉੱਤੇ ਜੋ ਚੀਜ਼ਾਂ ਨੂੰ ਅਸੀਂ ਡੀਲ ਕਰਾਂਗੇ ਤੇ ਫਿਰ ਲੋਕ ਜਿਹੜੇ ਨੇ ਉਹ ਆਪਣਾ ਰੱਦ ਅਮਲ ਬੁਰੀ ਤਰ੍ਹਾਂ ਦੇਣਗੇ। ਅਤੇ ਪਤਾ ਨਹੀਂ ਇਹ ਗੱਲ ਕਿਸ ਹੱਦ ਤੱਕ ਮੈਂ ਤੁਹਾਡੇ ਤੱਕ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ। ਇਹਨੂੰ ਤੁਸੀਂ ਇਸ ਵਾਕਿਏ ਨੂੰ, ਚੂँਕਿ ਬੜਾ ਵਾਇਰਲ ਹੈ ਔਰ ਇਹਦੇ ਤੋਂ ਮੁਖਤਲਿਫ ਲੋਕਾਂ ਦੀ ਇੱਕ ਰਾਏ ਸਾਹਮਣੇ ਆ ਰਹੀ, ਅਤੇ ਮੈਂ ਕਿਹਾ ਤੁਹਾਡੇ ਸਾਹਮਣੇ ਮੈਂ ਉਹ ਰਾਏ ਵੀ ਰੱਖਾਂ ਜਿਹੜੀ ਇੱਕ ਆਮ ਪਾਕਿਸਤਾਨੀ ਦੇ ਤੌਰ 'ਤੇ ਸਾਡੀ ਹੋਣੀ ਚਾਹੀਦੀ। ਅਤੇ ਜੀਂਦੇ ਰਹੋ, ਵਸਦੇ ਰਹੋ।